ਪਵਿੱਤਰ ਬਾਈਬਲ। ਸੋ ਸਾਨੂੰ ਜੀਵਨ ਦੇਣ ਵਾਲਾ ਗ੍ਰੰਥ ਪਵਿੱਤਰ ਬਾਈਬਲ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਤੁਹਾਡਾ ਆਪਣਾ ਭਰਾ ਵਿਕਰਮ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਬੁਲਾਇਆ ਗਿਆ। ਸੋ ਤੁਹਾਡੇ ਨਾਲ ਇੱਕ ਛੋਟੇ ਜਿਹੇ ਬਚਨ 'ਤੇ ਅੱਜ ਫਿਰ ਮੈਂ ਗੱਲ ਕਰਾਂਗਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਪਿੰਡ ਦਿਖਾਉਣਾ ਚਾਹੁੰਦਾ ਹਾਂ, ਜਿਸ ਦੇ ਵਿੱਚ ਮੇਰਾ ਜਨਮ ਹੋਇਆ, ਮੇਰਾ ਜੰਮਪਲ ਹੋਇਆ। ਇਹ ਮੇਰਾ ਛੋਟਾ ਜਿਹਾ ਪਿੰਡ ਸਿੰਬਲੀ, ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਅਤੇ ਤਹਿਸੀਲ ਗੜ੍ਹਸ਼ੰਕਰ ਦੇ ਵਿੱਚ। ਸਾਡਾ ਪਿੰਡ ਮੂਰਤੀ ਪੂਜਕਾਂ ਦੇ ਨਾਲ ਭਰਿਆ ਹੋਇਆ ਹੈ। ਤੁਸੀਂ ਦੇਖ ਸਕਦੇ ਹਾਂ ਕਿੱਦਾਂ ਜਗ੍ਹਾ ਜਗ੍ਹਾ 'ਤੇ ਮੰਦਰ ਅਤੇ ਜਗ੍ਹਾਵਾਂ ਬਣੀਆਂ ਨੇ। ਸਾਡੇ ਘਰ ਦੇ ਬਿਲਕੁਲ ਨਾਲ ਦੀ ਸਾਈਡ ਅਸੀਂ ਖੁਦ ਵੀ ਇੱਕ ਟਾਈਮ ਦੇ ਵਿੱਚ ਮੂਰਤੀ ਪੂਜਕ ਸੀ। ਜਗ੍ਹਾ ਬਣੀ ਹੋਈ ਆ ਜਿਹਨੂੰ ਕਿ ਕਿਹਾ ਜਾਂਦਾ ਕਿ ਸਾਈਂ ਲੋਕਾਂ ਦੀ, ਸਾਈਂ ਬਾਬੇ ਦੀ ਜਗ੍ਹਾ ਨਾ। ਅਤੇ ਲੋਕ ਇੱਥੇ ਆ ਮੰਨੀ ਚੜ੍ਹਾਉਂਦੇ ਆ। ਅਤੇ ਅਸੀਂ ਤਾਂ ਹੁਣ ਜਾਈਦਾ ਨਹੀਂ ਹੈਗਾ, ਜਦ ਦਾ ਪ੍ਰਭੂ ਨੇ ਸਾਨੂੰ ਖਰੀਦ ਲਿਆ, ਲਹੂ ਦੇ ਨਾਲ ਸਾਨੂੰ ਛੁਟਕਾਰਾ ਦਿੱਤਾ। ਅਤੇ ਮੈਂ ਦੂਰ ਦਿਖਾਉਂਦਾ ਤੁਹਾਨੂੰ ਇੱਕ ਉਹ ਜਗ੍ਹਾ ਬਣੀ, ਉੱਥੇ ਜ਼ੂਮ ਕਰਕੇ ਦਿਖਾਉਂਦਾ ਆਹ ਵਾਲੀ। ਅਤੇ ਇਸ ਤੋਂ ਇਲਾਵਾ ਇੱਕ ਸ਼ਾਇਦ ਹੋਰ ਵੀ ਬਥੇਰੀਆਂ ਜਗ੍ਹਾ ਇੱਥੇ ਬਣੀਆਂ ਪਿੰਡ ਦੇ ਵਿੱਚ। ਅਤੇ ਗੁਰਦੁਆਰਾ ਆ ਰਵਿਦਾਸ ਜੀ ਦਾ। ਅਤੇ ਲੋਕ ਮਤਲਬ ਇਹਨਾਂ ਚੀਜ਼ਾਂ ਦੇ ਪਿੱਛੇ ਅੱਜ ਵੀ ਪਏ ਹੋਏ ਆ। ਜਗ੍ਹਾ ਦਾ ਜਿੱਥੇ ਲੋਕ ਦੀਵੇ ਚਿਰਾਗ ਹਰ ਰੋਜ਼ ਮੁਸਲਮਾਨਾਂ ਦੀ ਜਗ੍ਹਾ ਬਣਾਈ ਹੋਈ ਆ ਕਰਦੇ ਨੇ, ਅਤੇ ਮੁਰਦਿਆਂ ਦੀ ਪੂਜਾ ਹੋ ਰਹੀ ਆ। ਅਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਅੱਜ ਵੀ ਉਹ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਹੈ ਕਿ ਮੂਰਤੀ ਪੂਜਾ ਦੇ ਪਿੱਛੇ ਭੱਜੇ ਪਏ ਆ, ਪਾਪ ਦੀ ਪੂਜਾ ਕਰੀ ਜਾਂਦੇ ਆ। ਅਤੇ ਅੱਖਾਂ ਬੰਦ ਕਰਕੇ ਜੋ ਇਹਨਾਂ ਦੇ ਦਾਦੇ ਪੜਦਾਦਿਆਂ ਨੇ ਇੱਕ ਪਰਿਵਾਰ ਦੇ ਨਾਲ ਇੱਕ ਕਹਿ ਲਈਏ ਰਿਸ਼ਤਾ ਜੋੜਿਆ, ਚਾਹੇ ਉਹ ਗੋਤਾਂ ਦਾ ਹੋ ਗਿਆ, ਚਾਹੇ ਉਹ ਮੁਰਦਿਆਂ ਦੀ ਪੂਜਾ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਸ਼ਰਾਧ ਕਰਦੇ ਆ, ਜਾਂ ਕੁਛ ਹੋਰ ਵੀ। ਸਾਡੇ ਘਰ 'ਚੋਂ ਕਿਸੇ ਨੇ ਕਾਂਗਰਸ ਦਾ ਚਿੰਨ੍ਹ ਲਗਾਇਆ ਹੋਇਆ ਹੈ, ਹੱਥ ਪੰਜਾ। ਸੋ ਸ਼ਾਇਦ ਇਹਨਾਂ ਦਾ ਇਹੀ ਹੈ ਕਿ ਅਸੀਂ ਕਾਂਗਰਸ ਨੂੰ ਵੋਟ ਪਾਉਣੀ। ਸ਼ਾਇਦ ਮੈਨੂੰ ਤਾਂ ਇਹਨਾਂ ਚੀਜ਼ਾਂ ਨਾਲ ਹੈ ਨਹੀਂ, ਵੋਟ ਤਾਂ ਆਪਾਂ ਪ੍ਰਭੂ ਨੂੰ ਪਾਉਣੀ ਆ। ਪਰਮੇਸ਼ਵਰ ਨੇ ਵੀ ਸਾਡੇ ਵੱਲ ਹੱਥ ਵਧਾਇਆ ਹੋਇਆ ਅਤੇ ਸਾਨੂੰ ਲੋੜ ਆ ਆਪਣਾ ਹੱਥ ਪ੍ਰਭੂ ਦੇ ਵੱਲ ਵਧਾਉਣ ਦੇ ਲਈ, ਹੈ ਨਾ। ਮੌਸਮ ਚੇਂਜ ਹੋਣ ਕਰਕੇ ਥੋੜ੍ਹੀ ਜਿਹੀ ਗੱਲ ਦੇ ਵਿੱਚ ਪ੍ਰੋਬਲਮ ਆ। ਚਲੋ ਆਪਾਂ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਵਚਨ ਨੂੰ ਸ਼ੁਰੂ ਕਰਦੇ ਹਾਂ। ਪਿੰਡ ਤਾਂ ਦੇਖ ਹੀ ਲਿਆ ਤੁਸੀਂ, ਸਾਡਾ ਛੋਟਾ ਜਿਹਾ ਘਰ ਵੀ ਦੇਖ ਲਿਆ। ਪ੍ਰਾਰਥਨਾ ਕਰਨਾ ਸਾਡੇ ਵਾਸਤੇ ਕਿ ਸਾਨੂੰ ਪਰਮੇਸ਼ਵਰ ਸਾਮਰਥ ਦੇਵੇ, ਅਸੀਂ ਇੱਕ ਨਵਾਂ ਘਰ ਬਣਾ ਸਕੀਏ ਵਧੀਆ। ਵੀ ਪ੍ਰਭੂ ਸਾਨੂੰ ਬਲ ਦੇਵੇ, ਸਾਨੂੰ ਵਧਾਵੇ, ਹੈ ਨਾ। ਅਸੀਂ ਵੀ ਤੁਹਾਡੇ ਵਾਸਤੇ ਪ੍ਰਾਰਥਨਾ ਕਰਦੇ ਹਾਂ। ਅਤੇ ਅਸੀਂ ਸਭ ਤੋਂ ਪਹਿਲਾਂ ਇਹ ਕਿ ਸਾਨੂੰ ਧਰਤੀ ਦੇ ਘਰਾਂ ਤੋਂ ਇਲਾਵਾ ਕਿ ਸਾਨੂੰ ਇੱਕ ਹੋਰ ਪਰਮੇਸ਼ਵਰ ਦੀ ਰਚਨਾ, ਜੋ ਪਰਮੇਸ਼ਵਰ ਨੇ ਸਾਨੂੰ ਕਿਹਾ ਕਿ ਮੈਂ ਤੁਹਾਡੇ ਅੱਗੇ ਚੱਲ ਕੇ ਤੁਹਾਡੇ ਵਾਸਤੇ ਘਰ ਬਣਾਵਾਂਗਾ। ਮੇਰੇ ਪਿਤਾ ਦੇ ਘਰ ਬਹੁਤ ਸਾਰੀ ਜਗ੍ਹਾ ਹੈ, ਸਾਨੂੰ ਲੋੜ ਆ ਉਸ ਪਰਮੇਸ਼ਵਰ ਯਿਸੂ ਮਸੀਹ ਦੇ ਪਿੱਛੇ ਚੱਲਣ ਦੀ। ਸੋ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਕਲਾਮ ਦੀ, ਜੋ ਜਿੰਦਾ ਹੋ ਕੇ ਸਾਡੇ ਵਿੱਚ ਵਚਨ ਦੇ ਰਾਹੀਂ ਪ੍ਰਗਟ ਹੋਇਆ। ਸੋ ਗੱਲ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਕਲਾਮ, ਯਹੋਨਾ ਦੀ ਅੰਜੀਲ, ਪਹਿਲਾ ਅਧਿਆਇ, ਪਹਿਲੀ ਆਇਤ ਤੋਂ ਵਚਨ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸੋ ਮੈਂ ਪੜ੍ਹਨਾ ਚਾਹੁੰਦਾ ਹਾਂ ਪਹਿਲੀ ਆਇਤ ਨੂੰ। ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਸੋ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ ਤੁਹਾਡੇ ਨਾਲ ਗਹਿਰਾਈ ਦੇ ਨਾਲ ਪੇਸ਼ ਕਰਨਾ ਚਾਹੁੰਦਾ ਹਾਂ, ਜਿੱਥੇ ਲਿਖਿਆ ਕਿ ਆਦਿ ਵਿੱਚ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਉਸ ਟਾਈਮ ਦੀ ਇਹ ਗੱਲ ਇਹਦੇ ਵਿੱਚ ਲਿਖੀ ਗਈ ਹੈ ਕਿ ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਮਤਲਬ ਇਹੀ ਚੀਜ਼ 3 ਵਾਰ ਰਿਪੀਟ ਗਈ ਕਿ ਸ਼ਬਦ ਸ਼ਬਦ ਸ਼ਬਦ। ਸ਼ਬਦ ਕੀ ਸੀ? ਸ਼ਬਦ ਹੀ ਸ਼ਬਦ ਦੇ ਨਾਲ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਆ, ਉਤਪਤੀ ਹੋਈ ਆ। ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ। ਕਿ ਆਪਾਂ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਆਓ ਅਸੀਂ ਹੁਣ ਆਦਮ ਨੂੰ ਬਣਾਈਏ। ਸਾਰੀ ਸ੍ਰਿਸ਼ਟੀ ਦੀ ਜਦੋਂ ਰਚਨਾ ਹੋ ਗਈ, ਪਰਮੇਸ਼ਵਰ ਨੇ ਕਿਹਾ ਕਿ ਆਓ ਅਸੀਂ ਹੁਣ, ਜਦੋਂ ਆਪਾਂ ਦੇਖਦੇ ਹਾਂ ਕਿ ਉੱਥੇ ਇੱਕ ਬਹੁਵਚਨ ਉਸਨੇ ਯੂਜ਼ ਕੀਤਾ, ਕਿ ਉੱਥੋਂ ਇਹ ਚੀਜ਼ ਨੂੰ ਬਿਲਕੁਲ ਆਪਾਂ ਸਪਸ਼ਟ ਕਰ ਸਕਦੇ ਹਾਂ ਕਿ ਉਸਦੇ ਨਾਲ ਕੋਈ ਨਾ ਕੋਈ ਸੀਗਾ। ਅਤੇ ਮਤਲਬ ਇਹ ਸ਼ਬਦ ਜੋ ਹੁਣ ਉਸ ਚੀਜ਼ ਨੂੰ ਆਪਾਂ ਕੰਪਲੀਟ ਕਰਦੇ ਹਾਂ, ਕਿਉਂਕਿ ਉੱਥੇ ਬਹੁਵਚਨ ਸੀਗਾ ਅਤੇ ਇੱਥੇ ਉਹ ਚੀਜ਼ ਪੂਰੀ ਹੋ ਗਈ ਕਿ ਸ਼ਬਦ ਪਰਮੇਸ਼ਵਰ ਦੇ ਸੰਗ ਸੀ। ਸ਼ਬਦ ਪਰਮੇਸ਼ਵਰ ਸੀ, ਅੱਗੇ ਲਿਖਿਆ ਅਤੇ ਸ਼ਬਦ ਪਰਮੇਸ਼ਵਰ ਸੀ।
ਬਚਨ ਸਾਨੂੰ ਦੱਸਦਾ ਆ ਕਿ ਜੇ ਸ਼ਬਦ ਨੂੰ ਪਰਮੇਸ਼ਵਰ ਨੇ ਇਸ ਧਰਤੀ ਦੇ ਵਿੱਚ ਸਾਡੇ ਵਸੀਲੇ ਦੇ ਵਿੱਚ ਭੇਜਿਆ, ਉਹ ਖੁਦ ਪਰਮੇਸ਼ਵਰ ਸੀ, ਕਿਉਂਕਿ ਉਹ ਪਰਮੇਸ਼ਵਰ ਦਾ ਹੀ ਜਲਾਲ ਸੀ। ਅੱਗੇ ਆਪਾਂ ਹੋਰ ਗਾਹਾਂ ਪੜ੍ਹਦੇ ਹਾਂ, ਅੱਗੇ ਲਿਖਿਆ ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ ਅਤੇ ਸਭੋ ਕੁਝ ਉਸ ਤੋਂ ਰਚਿਆ ਗਿਆ, ਅਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾਂ ਰਚੀ ਨਹੀਂ ਗਈ। ਤੋ ਲਿਖਿਆ ਕਿ ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ। ਕੌਣ? ਮਤਲਬ ਯਿਸੂ ਮਸੀਹ ਬਾਰੇ ਗੱਲ ਕੀਤੀ ਗਈ ਆ। ਤੇ ਯਿਸੂ ਮਸੀਹ ਪਰਮੇਸ਼ਵਰ ਦੇ ਨਾਲ ਸੀ। ਤੇ ਅੱਗੇ ਲਿਖਿਆ ਗਿਆ ਰਚਨਾ ਵਿੱਚ ਇੱਕ ਵਸਤੂ ਵੀ ਉਸ ਤੋਂ ਬਿਨਾਂ ਰਚੀ ਨਹੀਂ ਗਈ। ਉਸ ਵਿੱਚ ਜਿਊਣ ਸੀ ਅਤੇ ਅਤੇ ਉਹ ਜਿਊਣ ਇਨਸਾਨ ਦਾ ਚਾਨਣ ਸੀ। ਸੋ ਇਹ ਗੱਲਾਂ ਬਹੁਤ ਹੀ ਵੱਡੀਆਂ ਨੇ। ਜਿੱਦਾਂ ਕਿ ਲਿਖਿਆ ਗਿਆ ਕਿ ਰਚਨਾ ਵਿੱਚੋਂ ਇੱਕ ਵੀ ਵਸਤੂ ਉਹ ਸ਼ਬਦ ਤੋਂ ਬਿਨਾਂ ਰਚੀ ਨਹੀਂ ਗਈ। ਆਪਾਂ ਦੇਖਦੇ ਹਾਂ ਕਿ ਇਸ ਚੀਜ਼ ਨੂੰ ਇੱਕ ਪ੍ਰੈਕਟੀਕਲੀ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਇਹ ਸ਼ਬਦ ਧਰਤੀ ਦੇ ਉੱਤੇ ਰਚਨਾ ਦੇ ਵਿੱਚ ਆਇਆ। ਅਤੇ ਆਪਾਂ ਦੇਖਦੇ ਹਾਂ ਕਿ ਯਿਸੂ ਮਸੀਹ ਜਿਸ ਤਰ੍ਹਾਂ ਧਰਤੀ 'ਤੇ ਆ ਕੇ ਇੱਕ ਵਰਲਡ ਦੇ ਨਾਲ ਹੀ ਉਸ ਮੁਰਦਾ ਲਾਜ਼ਰ ਨੂੰ ਕਹਿ ਰਹੇ ਕਿ 4 ਦਿਨਾਂ ਦਾ ਇੱਕ ਮੁਰਦਾ, ਉਸ ਨੂੰ ਪੁਕਾਰ ਕੇ ਕਹਿ ਰਹੇ ਕਿ ਕਬਰ ਦੇ ਵਿੱਚੋਂ ਬਾਹਰ ਆ ਜਾ। ਅਤੇ ਇਹ ਸ਼ਬਦ ਉਹੀ ਸ਼ਬਦ ਹੈ ਜਿਸ ਨੇ ਮਤਲਬ ਕਿ ਸ੍ਰਿਸ਼ਟੀ ਦੀ ਰਚਨਾ ਕੀਤੀ। ਸ਼ਬਦ ਦੇ ਵਿੱਚ ਇੱਕ ਸਾਮਰਥ ਸੀ, ਇੱਕ ਤਾਕਤ ਸੀ। ਉਹ ਸ਼ਬਦ ਸ੍ਰਿਸ਼ਟੀ ਦੇ ਉੱਤੇ ਸਾਡੇ ਵਸੀਲੇ ਦੇ ਵਿੱਚ ਆਇਆ। ਦੇਖੋ 4 ਦਿਨਾਂ ਦਾ ਮੁਰਦਾ ਕਬਰ ਦੇ ਵਿੱਚੋਂ ਬਾਹਰ ਆ ਗਿਆ। ਅਤੇ ਪ੍ਰਭੂ ਯਿਸੂ ਮਸੀਹ ਦੇ ਬਹੁਤ ਸਾਰੇ ਚਮਤਕਾਰ ਆ। ਲੰਗੜਿਆਂ ਨੂੰ ਚਲਾਉਣਾ, ਕੋਹੜੀਆਂ ਨੂੰ ਜਾਂ ਬਿਮਾਰਾਂ ਨੂੰ, ਦੁਸ਼ਟ ਆਤਮਾਵਾਂ ਨਾਲ ਜਕੜਿਆਂ ਨੂੰ ਇੱਕ ਵਰਲਡ ਦੇ ਨਾਲ ਹੀ ਯਿਸੂ ਮਸੀਹ ਨੇ ਕੀ ਕੀਤਾ? ਚੰਗਾ ਕਰ ਦਿੱਤਾ। ਅਤੇ ਉਹ ਇਹ ਚੀਜ਼ ਸਾਨੂੰ ਕਲੀਅਰ ਕਰਦੀ ਕਿ ਸੱਚਮੁੱਚ ਯਿਸੂ ਮਸੀਹ ਹੀ ਉਹ ਸ਼ਬਦ ਸੀ। ਅੱਗੇ ਲਿਖਿਆ ਉਸ ਵਿੱਚ ਜਿਊਣ ਸੀ ਅਤੇ ਉਹ ਜਿਊਣ ਇਨਸਾਨ ਦਾ ਚਾਨਣ ਸੀ। ਤਾਂ ਆਪਾਂ ਦੇਖਦੇ ਹਾਂ ਪਰਮੇਸ਼ਵਰ ਨੇ ਆਦਮ ਨੂੰ ਕੀ ਹਦਾਇਤ ਦਿੱਤੀ ਸੀ। ਪਰਮੇਸ਼ਵਰ ਨੇ ਕਿਹਾ ਸੀ ਕਿ ਮੈਂ ਤੈਨੂੰ ਆਪਣੇ ਸਰਵਰੂਪ ਬਣਾਉਂਦਾ ਹਾਂ, ਹੈ ਨਾ। ਕਿ ਦੇਖਦੇ ਹਾਂ ਕਿ ਆਦਮ ਨੇ ਇੱਕ ਪਰਮੇਸ਼ਵਰ ਦੇ ਨਾਲ ਜੋ ਨਾਤਾ ਸੀ ਤੋੜ ਕੇ ਅਣਆਗਿਆਕਾਰੀ ਕਰਕੇ ਆਪਣਾ ਰਿਲੇਸ਼ਨ ਉਸ ਨੇ ਖਰਾਬ ਕਰ ਲਿਆ। ਸੋ ਪਰਮੇਸ਼ਵਰ ਨੇ ਉਸ ਨੂੰ ਕੀ ਕੀਤਾ? ਲਿਖਿਆ ਕਿ ਉਸ ਵਿੱਚ ਚਾਨਣ ਸੀ ਅਤੇ ਉਹ ਚਾਨਣ ਇਨਸਾਨ ਅਤੇ ਉਹ ਉਸ ਵਿੱਚ ਜਿਊਣ ਸੀ ਅਤੇ ਉਹ ਜਿਊਣ ਇਨਸਾਨ ਦਾ ਚਾਨਣ ਸੀ। ਮਤਲਬ ਪਰਮੇਸ਼ਵਰ ਦਾ ਜੋ ਮਹਿਮਾਮਈ ਬਸਤਰ ਸੀਗਾ, ਉਹਨੇ ਚਾਨਣ ਦੇ ਬਸਤਰ ਉਹਨੂੰ ਮਿਲੇ ਸੀਗੇ, ਉਸਨੇ ਉਹ ਆਪਣੇ ਖਰਾਬ ਕਰ ਲਏ। ਅੱਗੇ ਲਿਖਿਆ ਚਾਨਣ ਹਨੇਰ ਵਿੱਚ ਚਮਕਦਾ ਹੈ ਪਰ ਹਨੇਰ ਨੇ ਉਸ ਨੂੰ ਨਾ ਬੁਝਾਇਆ। ਅੱਗੇ ਇਹ ਚੀਜ਼ ਦੇਖੋ ਗਾਹਾਂ ਬਚਨ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਜਿੱਦਾਂ ਸ੍ਰਿਸ਼ਟੀ ਦੇ ਉੱਤੇ ਆਏ, ਬਹੁਤ ਸਾਰੇ ਲੋਕਾਂ ਨੇ ਉਸ ਨੂੰ ਟੌਰਚਰ ਕੀਤਾ, ਇੱਥੇ ਤੱਕ ਕਿ ਉਸ ਨੂੰ ਕਰੂਸ ਦੇ ਉੱਤੇ ਵੀ ਚੜ੍ਹਾ ਦਿੱਤਾ ਗਿਆ। ਮਤਲਬ ਚਾਨਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਚਾਨਣ ਜਗਤ ਦੇ ਵਿੱਚ ਆਇਆ ਅਤੇ ਉਹਨਾਂ ਨੂੰ ਲੋਕਾਂ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਕਰੂਸ ਦੇ ਉੱਤੇ ਚੜ੍ਹਾ ਦਿੱਤਾ ਗਿਆ ਪਰ ਉਹ ਫਿਰ ਵੀ ਬੁਝਿਆ ਨਹੀਂ। ਲਿਖਿਆ ਗਿਆ ਕਿ ਉਹ ਚਾਨਣ ਹਨੇਰ ਵਿੱਚ ਚਮਕਦਾ ਹੈ ਪਰ ਹਨੇਰ ਨੇ ਉਹਨੂੰ ਨਾ ਬੁਝਾਇਆ। ਕੋਸ਼ਿਸ਼ ਕੀਤੀ ਪਰ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਅੰਧਕਾਰ ਦੇ ਵਿੱਚ ਆਪਾਂ ਇੱਕ ਬੱਲਬ ਵੀ ਲੱਗਿਆ ਹੋਵੇ, ਅੰਧਕਾਰ ਉਸ ਨੂੰ ਕਮਰੇ ਨੂੰ ਪੂਰੇ ਨੂੰ ਢੱਕ ਲੈਂਦਾ। ਪਰ ਜਦੋਂ ਚਾਨਣ ਚਮਕਦਾ ਆ ਅਤੇ ਉਹ ਕਨੈਕਸ਼ਨ ਜਦੋਂ ਆਪਾਂ ਬਟਨ ਜਿਸ ਦੇ ਉੱਤੇ ਆਪਾਂ ਇੱਕ ਪੁਸ਼ ਕਰਦੇ ਹਾਂ ਅਤੇ ਉਹ ਕਨੈਕਸ਼ਨ ਦੇ ਨਾਲ ਉਹ ਕਿ ਇਹ ਕਮਰਾ ਸਾਰਾ ਰੌਸ਼ਨੀ ਨਾਲ ਭਰ ਜਾਂਦਾ। ਸੋ ਸਾਡਾ ਜੇ ਕਨੈਕਸ਼ਨ ਯਿਸੂ ਮਸੀਹ ਦੇ ਨਾਲ ਹੋਵੇ, ਸਾਡੇ ਜਿਹੜਾ ਵਰਲਡ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਇੱਕ ਬਟਨ ਦੇ ਉੱਤੇ ਪੁਸ਼ ਕਰਨ ਦੇ ਨਾਲ ਸਾਰਾ ਕਮਰਾ ਰੌਸ਼ਨੀ ਨਾਲ ਭਰ ਜਾਂਦਾ, ਉਸੇ ਤਰ੍ਹਾਂ ਦਾ ਇੱਕ ਕਨੈਕਸ਼ਨ ਪਰਮੇਸ਼ਵਰ ਗੱਲ ਕਰਦੇ ਸੀਗੇ ਕਿ ਜਦੋਂ ਆਪਾਂ ਉਸ ਬਟਨ 'ਤੇ ਪੁਸ਼ ਕਰਦੇ ਹਾਂ ਅਤੇ ਉਹ ਸਾਰਾ ਕਮਰਾ ਰੌਸ਼ਨੀ ਦੇ ਨਾਲ ਭਰ ਜਾਂਦਾ। ਸੋ ਯਿਸੂ ਮਸੀਹ ਨੂੰ ਵੀ ਇਸ ਤਰ੍ਹਾਂ ਦਾ ਇੱਕ ਸਾਮਰਥ ਸੀਗਾ ਜੋ ਪਰਮੇਸ਼ਵਰ ਦੇ ਨਾਲ ਬਣਿਆ ਰਿਹਾ। ਅਤੇ ਪ੍ਰਭੂ ਨੇ ਆਦਮ ਨੂੰ ਵੀ ਇਹੀ ਚੀਜ਼ਾਂ ਦਿੱਤੀਆਂ ਸੀਗੀਆਂ। ਪਰ ਜਦੋਂ ਉਹਨੇ ਉਸ ਕਨੈਕਸ਼ਨ ਨੂੰ ਤੋੜ ਲਿਆ ਪਰਮੇਸ਼ਵਰ ਦੇ ਨਾਲ, ਫਿਰ ਉਹ ਅੰਧਕਾਰ ਦੇ ਨਾਲ ਕਮਰਾ ਉਹਦਾ ਅੰਦਰ ਜਿਹੜਾ ਉਹਦਾ ਅੰਧਕਾਰ ਨਾਲ ਭਰ ਗਿਆ। ਇਸੇ ਤਰ੍ਹਾਂ ਪ੍ਰਭੂ ਨੇ ਸਾਨੂੰ ਵੀ ਇੱਕ ਕਨੈਕਸ਼ਨ ਦਿੱਤਾ। ਉਹ ਕਨੈਕਸ਼ਨ ਹੈ ਪਵਿੱਤਰ ਬਾਈਬਲ, ਜੋ ਸਾਡਾ ਪਰਮੇਸ਼ਵਰ ਦੇ ਨਾਲ ਮਿਲਾਪ ਕਰਾਉਂਦੀ ਆ ਅਤੇ ਸਾਡੇ ਹੱਥ ਨੂੰ ਉਹਦੇ ਨਾਲ ਮਿਲਾਉਂਦੀ ਆ। ਅਤੇ ਜਦੋਂ ਅਸੀਂ ਇਸ ਕਨੈਕਸ਼ਨ ਨੂੰ ਤੋੜ ਲੈਂਦੇ ਹਾਂ, ਸਾਡੇ ਵਿੱਚ ਅੰਧਕਾਰ ਆ ਜਾਂਦਾ। ਅਤੇ ਜਦੋਂ ਅਸੀਂ ਪ੍ਰਭੂ ਦੇ ਨਾਲ ਬਣੇ ਰਹਿੰਦੇ ਹਾਂ, ਅਸੀਂ ਆਪਣਾ ਜਿਸ ਤਰ੍ਹਾਂ ਇੱਕ ਬਟਨ ਦੇ ਉੱਤੇ ਆਪਣਾ ਹੱਥ ਵਧਾਉਂਦੇ ਹਾਂ, ਉਸੇ ਤਰ੍ਹਾਂ ਇਹ ਪ੍ਰੈਕਟੀਕਲੀ ਸਾਡੇ ਵਰਲਡ ਆ। ਜਿਸ ਤਰ੍ਹਾਂ ਯਿਸੂ ਮਸੀਹ ਵਰਲਡ ਪਾਉਂਦਾ ਸੀਗਾ ਅਤੇ ਉਹ ਸੇਮ ਹੁੰਦਾ ਸੀਗਾ। ਅਤੇ ਜਿਸ ਤਰ੍ਹਾਂ ਸੇਮ ਕਿ ਆਪਾਂ ਬਟਨ 'ਤੇ ਹੱਥ ਰੱਖਿਆ ਅਤੇ ਅੰਧਕਾਰ ਖਤਮ ਹੋ ਗਿਆ, ਰੌਸ਼ਨੀ ਆ ਗਈ। ਸੋ ਅੱਗੇ ਆਪਾਂ ਪੜ੍ਹਦੇ ਹਾਂ। ਅੱਗੇ ਲਿਖਿਆ 9 ਆਇਤ ਦੇ ਵਿੱਚ 10 ਆਇਤ ਪੜ੍ਹਾਂਗਾ। ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਣਿਆ। ਸੋ ਅੱਗੇ ਪੜ੍ਹਦੇ ਹਾਂ 11। ਉਹ ਆਪਣੇ ਘਰ ਵਿੱਚ ਆਇਆ ਅਤੇ ਜਿਹੜੇ ਉਸ ਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ।
ਅੱਗੇ 12 ਪੜ੍ਹਦੇ ਹਾਂ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਸ਼ਚੈ ਕੀਤੀ। ਹਾਲੇਲੂਇਆ। ਸੋ ਵਚਨ ਸਾਨੂੰ ਪੂਰੀ ਇੱਕ ਜਿੱਦਾਂ ਕਹਿੰਦੇ ਇੱਕ ਪਿੰਨ ਕਰਦਾ ਨਾ, ਕਿਸੇ ਚੀਜ਼ ਨੂੰ ਪੁਸ਼ ਕਰਦਾ ਪੂਰਾ ਸਾਡੇ ਹਾਰਟ ਨੂੰ, ਸਾਡੇ ਦਿਲ ਦੀਆਂ ਗਹਿਰਾਈਆਂ ਤੱਕ ਇਹ ਪੁਸ਼ ਕਰਦਾ ਆ, ਅਤੇ ਕਹਿ ਲਈਏ ਦਿਮਾਗ ਦੇ ਅੰਦਰ ਬਿਲਕੁਲ ਚੰਗੀ ਤਰ੍ਹਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲਿਖਣ ਵਾਲੇ ਨੇ, ਕਿ ਸੱਚਮੁੱਚ ਲਿਖਿਆ ਕਿ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸਦੇ ਨਾਮ ਉੱਤੇ ਨਿਸ਼ਚੈ ਕੀਤੀ। ਬਹੁਤ ਹੀ ਵੱਡਾ ਇਹ ਇੱਕ ਬਿਆਨ ਲਿਖਿਆ ਗਿਆ ਕਿ ਉਸ ਤੋਂ ਉੱਪਰ ਵੀ ਮੈਂ ਤੁਹਾਨੂੰ ਇੱਕ ਪੜ੍ਹ ਕੇ ਹਟਿਆ ਕਿ ਪਰ ਉਹ ਆਪਣੇ ਘਰ ਆਇਆ, ਉਹਦੇ ਆਪਣੇ ਨੇ ਉਸ ਨੂੰ ਕਬੂਲ ਨਾ ਕੀਤਾ। ਸੋ ਇਹ ਸੱਚਮੁੱਚ ਇਹ ਰਾਈਟ ਲਿਖਿਆ ਹੋਇਆ ਹੈ ਪਰਮੇਸ਼ਵਰ ਦੇ ਬਚਨ ਦੇ ਵਿੱਚ, ਇੱਕ ਵੀ ਗੱਲ ਵਿਅਰਥ ਨਹੀਂ ਆ, ਬਸ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਸੱਚਮੁੱਚ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆ ਪ੍ਰਭੂ ਯਿਸੂ ਮਸੀਹ ਦਾ ਚਾਨਣ ਉਹਨਾਂ 'ਤੇ ਚਮਕਿਆ, ਪਰ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ। ਬਹੁਤ ਸਾਰੇ ਲੋਕ ਆ ਚਰਚਾਂ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਪ੍ਰਭੂ ਗਵਾਹੀਆਂ ਦਿੰਦਾ ਆ, ਪਰ ਉਹ ਫਿਰ ਉਹ ਪਿੱਛੇ ਹਟ ਜਾਂਦੇ, ਆਪਣੀ ਗਵਾਹੀ ਲੈ ਕੇ ਨਿਕਲ ਜਾਂਦੇ ਸਾਈਡ ਨੂੰ। ਅਤੇ ਬਹੁਤ ਸਾਰੇ ਲੋਕ ਆ ਪਰਮੇਸ਼ਵਰ ਉਹਨਾਂ ਨੂੰ ਕਿਤੇ ਨਾ ਕਿਤੇ ਬਿਮਾਰੀ ਤੋਂ, ਜਕੜਿਆਂ ਨੂੰ ਬਚਾਉਂਦਾ ਆ, ਜਾਂ ਹੋਰ ਕਈ ਚੀਜ਼ਾਂ ਆ। ਪਰਮੇਸ਼ਵਰ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ 'ਚ ਕੰਮ ਕਰਦਾ ਆ, ਅਤੇ ਕਿਸੇ ਇਨਸਾਨ ਦੇ ਰਾਹੀਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਵੱਡਾ ਚਮਤਕਾਰ ਕਰਦਾ, ਪਰ ਉਹ ਪ੍ਰਭੂ ਤੋਂ ਸਾਈਡ ਹੋ ਜਾਂਦੇ। ਜਿਸ ਤਰ੍ਹਾਂ ਆਪਾਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਕਿ ਯਿਸੂ ਮਸੀਹ ਕਿੱਦਾਂ ਯਹੂਦੀਆਂ ਦੇ ਵਿੱਚ ਆਇਆ, ਯਹੂਦੀਆਂ ਨੇ ਉਸ ਨੂੰ ਤੁੱਛ ਜਾਣਿਆ, ਕਿਉਂਕਿ ਉਹ ਆਪਣੀ ਹੀ ਵਿੱਦਿਆ ਦੱਸੀ ਗਈ। ਅੱਜ ਵੀ ਜਦੋਂ ਅਸੀਂ ਕਿਸੇ ਨਾਲ ਬਚਨ ਨੂੰ ਲੈ ਕੇ ਗੱਲ ਕਰਦੇ ਹਾਂ, ਸੰਸਾਰ ਦੇ ਮੂਰਤੀ ਪੂਜਕ ਜਾਂ ਕੋਈ ਬਾਬੇ ਚੇਲੇ ਵਾਲੇ ਜਿੱਦਾਂ ਉਹ ਆਪਣੀਆਂ ਦੱਸਣ ਲੱਗ ਪੈਂਦੇ ਆ, ਸੁਣਦੇ ਨਹੀਂ ਹੈਗੇ ਨਾ ਕਿ ਸਾਨੂੰ ਤਾਂ ਸਾਡਾ ਪਰਮੇਸ਼ਵਰ ਇੱਦਾਂ ਆ, ਤੁਹਾਡਾ ਇੱਦਾਂ ਉੱਦਾਂ, ਪਰ ਉਹ ਸੱਚ ਨੂੰ ਕੋਈ ਜਾਣਦਾ ਨਹੀਂ ਹੈਗਾ ਨਾ, ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਆ। ਅਤੇ ਅੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 13 ਦੇ ਵਿੱਚ ਲਿਖਿਆ, ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖਾਂ ਦੀ ਇੱਛਾ ਤੋਂ, ਪਰ ਪਰਮੇਸ਼ਵਰ ਤੋਂ ਪੈਦਾ ਹੋਏ ਹਨ। ਅੱਗੇ ਲਿਖਿਆ 14 ਤੋਂ ਪੜ੍ਹਦਾ ਆ, ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ, ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਤੇਜ ਦੇ ਵਰਗਾ ਡਿੱਠਾ। ਸਭ ਤੋਂ ਵੱਡੀ ਗੱਲ ਆ ਜੋ 14 ਦੇ ਵਿੱਚ ਲਿਖੀ ਗਈ, ਸੱਚਮੁੱਚ ਯਿਸੂ ਮਸੀਹ ਜੋ ਸ਼ਬਦ ਦੇਹਧਾਰੀ ਹੋ ਕੇ ਸਾਡੇ ਵਿੱਚ ਇੱਕ ਧਰਤੀ ਦੇ ਉੱਤੇ ਆਇਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੱਚਮੁੱਚ ਅੱਗੇ ਲਿਖਿਆ ਗਿਆ ਕਿ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ, ਮਤਲਬ ਕਿ ਇੱਕ ਇਕਲੌਤੇ ਦੇ ਵਰਗਾ ਡਿੱਠਾ, ਮਤਲਬ ਜਿੱਦਾਂ ਕਿ ਇਕਲੌਤਾ ਪੁੱਤਰ ਹੈ ਨਾ, ਉਹ ਯਿਸੂ ਮਸੀਹ ਨੇ ਦੱਸਿਆ ਕਿ ਮੈਂ ਪਿਤਾ ਦਾ ਪੁੱਤਰ ਹਾਂ। ਸੱਚਮੁੱਚ ਉਸ ਦੀਆਂ ਆਗਿਆਵਾਂ ਨੂੰ, ਗੱਲਾਂ ਨੂੰ ਫੋਲੋ ਕਰਦਾ ਸੀਗਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਨੇ ਉਸ ਚੀਜ਼ ਨੂੰ ਪ੍ਰਗਟ ਕੀਤਾ ਕਿ ਉਸ ਨੇ, ਯਿਸੂ ਮਸੀਹ ਨੇ ਸਾਰਾ ਇਖਤਿਆਰ ਮੌਤ 'ਤੇ ਫਤਿਹ ਪਾ ਕੇ ਆਪਣੇ ਹੱਥ ਵਿੱਚ ਕਰ ਲਿਆ। ਅਤੇ ਲਿਖਿਆ ਕਿ ਅੱਜ ਉਹਨੇ ਸਾਨੂੰ ਐਡਾ ਵੱਡਾ ਇਖਤਿਆਰ, ਜਿਹੜੀ ਐਡੀ ਵੱਡੀ ਉਹਨੇ ਫਾਈਟ ਕੀਤੀ, ਉਹਨੇ ਸਾਨੂੰ ਉਹਦੇ ਵਿੱਚੋਂ ਇੱਕ ਹਿੱਸੇਦਾਰ ਬਣਾਇਆ। ਉਹਨੇ ਕਿਹਾ ਕਿ ਜਿਹੜਾ ਮੇਰੇ 'ਤੇ ਨਿਸ਼ਚਾ ਕਰਦਾ ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖਾਂ ਦੀ ਇੱਛਾ ਤੋਂ, ਪਰ ਪਰਮੇਸ਼ਵਰ ਤੋਂ ਪੈਦਾ ਹੋਏ ਹਨ। ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਕੇ ਅਸੀਂ ਪ੍ਰਭੂ ਵੱਲ ਨੂੰ ਵੱਧਦੇ ਹਾਂ, ਪਰਮੇਸ਼ਵਰ ਸਾਨੂੰ ਇੱਕ ਨਵਾਂ ਜੀਵਨ ਦਿੰਦਾ ਹੈ। ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਕਿ ਇੱਕ ਗੇਹੂ ਦਾ ਦਾਣਾ ਜਦੋਂ ਤੱਕ ਉਹ ਜ਼ਮੀਨ ਦੇ ਵਿੱਚ ਮਰਦਾ ਨਹੀਂ ਹੈਗਾ, ਉਹ ਕੀ ਆ, ਫਲਵੰਤ ਨਹੀਂ ਹੋ ਸਕਦਾ। ਉਸੇ ਤਰ੍ਹਾਂ ਸਾਨੂੰ ਵੀ ਆਪਣੇ ਆਪ ਦੇ ਵਿੱਚ ਮਰਨਾ ਪੈਣਾ ਆ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਹੜੇ ਆਤਮਾ ਤੋਂ ਪੈਦਾ ਹੋਏ ਆ, ਆਤਮਾ ਉਹਨਾਂ ਨੂੰ ਆਪਣੀ ਇੱਛਾ ਦੇ ਨਾਲ ਲੈ ਕੇ ਜਾਂਦਾ, ਉਹ ਜਿੱਧਰ ਆਤਮਾ ਚਾਹੁੰਦਾ ਉਹ ਉੱਧਰ ਜਾਂਦਾ ਆ। ਫਿਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿੰਨਾ ਚਿਰ ਕੋਈ ਨਵੇਂ ਸਿਰੇ ਤੋਂ ਜਨਮ ਨਹੀਂ ਲੈਂਦਾ, ਉਹ ਸਵਰਗ ਰਾਜ ਵਿੱਚ ਵੜ ਨਹੀਂ ਸਕਦਾ। ਪ੍ਰਭੂ ਯਿਸੂ ਮਸੀਹ ਇੱਕ ਜਲਾਲੀ ਪਰਮੇਸ਼ਵਰ ਹੈ ਜਿਸ ਨੇ ਇਹ ਰਚਨਾ ਨੂੰ ਪੂਰਾ ਕੀਤਾ। ਸੱਚਮੁੱਚ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ, ਯਹੋਵਾ ਪਰਮੇਸ਼ਵਰ ਨੇ ਇੱਕ ਵਰਡ ਬੋਲਿਆ। ਪਹਿਲੀ ਉਤਪਤੀ ਬੁੱਕ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਨੇ ਕਿਹਾ ਕਿ ਧਰਤੀ ਦੇ ਉੱਤੇ ਪਾਣੀ ਡੋਲਦਾ ਸੀਗਾ, ਪ੍ਰਭੂ ਨੇ ਪਾਣੀ ਨੂੰ 2 ਭਾਗਾਂ 'ਚ ਵੰਡ ਦਿੱਤਾ, ਆਕਾਸ਼ ਦੇ ਉੱਪਰ ਅਤੇ ਜ਼ਮੀਨਾਂ ਦੇ ਥੱਲੇ। ਅਤੇ ਫਿਰ ਪਰਮੇਸ਼ਵਰ ਨੇ ਅੰਧਕਾਰ ਨੂੰ ਦੂਰ ਕੀਤਾ ਨਾ, ਦਿਨ ਰਾਤ ਨੂੰ ਬਣਾਇਆ। ਪ੍ਰਭੂ ਨੇ ਸ੍ਰਿਸ਼ਟੀ ਦੀ ਇਕੱਲੀ ਇਕੱਲੀ ਚੀਜ਼ ਬਣਾਈ ਹੈ, ਉੱਡਣ ਵਾਲੀਆਂ, ਰੁੜਨ ਵਾਲੀਆਂ, ਤੈਰਨ ਵਾਲੀਆਂ, ਜਾਂ ਜ਼ਮੀਨ 'ਚ ਰਹਿਣ ਵਾਲੀਆਂ, ਆਕਾਸ਼ 'ਤੇ ਧਰਤੀ 'ਤੇ ਤੁਰਨ ਫਿਰਨ ਵਾਲੀਆਂ ਬਹੁਤ ਸਾਰੇ ਜੀਵ ਜੰਤੂ ਬਣਾਏ। ਅਤੇ ਫਿਰ ਪਰਮੇਸ਼ਵਰ ਨੇ ਇੱਕ ਕੁਦਰਤ ਬਨਸਪਤੀ ਬਣਾਈ, ਇੱਕ ਸਿਰਫ ਵਰਲਡ ਦੇ ਨਾਲ। ਅਤੇ ਪ੍ਰਭੂ ਨੇ ਸਾਨੂੰ ਆਪਣੇ ਸਰਬ-ਰੂਪ ਬਣਾਇਆ। ਅਤੇ ਪ੍ਰਭੂ ਨੇ ਜੇ ਸਾਨੂੰ ਆਪਣੇ ਸਰਬ-ਰੂਪ ਬਣਾਇਆ ਤਾਂ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੇ ਤਰ੍ਹਾਂ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਮਨੁੱਖ ਦਾ ਪੁੱਤਰ ਹਾਂ, ਅਤੇ ਜੇ ਪਰਮੇਸ਼ਵਰ ਸਾਡਾ ਪਿਤਾ ਆ, ਯਹੋਵਾ ਸਾਡਾ ਪਿਤਾ ਆ, ਅਸੀਂ ਉਸ ਦੇ ਹੀ ਪੁੱਤਰ ਹਾਂ। ਅਤੇ ਪ੍ਰਭੂ ਨੇ ਕਿਹਾ ਕਿ ਜਿਸ ਤਰ੍ਹਾਂ ਮੈਂ ਪਵਿੱਤਰ ਹਾਂ, ਉਸੇ ਤਰ੍ਹਾਂ ਤੁਸੀਂ ਵੀ ਪਵਿੱਤਰ ਬਣੋ। ਜਦੋਂ ਅਸੀਂ ਆਪਣੇ ਆਪ 'ਚ ਪਵਿੱਤਰਤਾ ਹੀ ਰੱਖਾਂਗੇ, ਪਰਮੇਸ਼ਵਰ ਦੇ ਨਾਲ ਵਧੀਆ ਰਿਲੇਸ਼ਨ ਰੱਖਾਂਗੇ, ਸਾਡੇ ਵਿੱਚ ਇਹ ਸਾਮਰਥ ਆ ਜਾਵੇਗਾ। ਸੋ
ਮੈਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਦਾ ਕਿ ਸਾਨੂੰ ਪਰਮੇਸ਼ਵਰ ਦੇ ਨਾਲ ਆਪਣਾ ਰਿਲੇਸ਼ਨ ਮਜ਼ਬੂਤ ਕਰਨ ਦੇ ਲਈ ਪ੍ਰਭੂ ਦੇ ਵਿੱਚ ਬਣੇ ਰਹਿਣਾ ਚਾਹੀਦਾ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਕਰੂਸ ਦੇ ਉੱਤੇ ਚੜ੍ਹਾਉਣਾ ਸੀਗਾ, ਉਸ ਟਾਈਮ 'ਤੇ ਪ੍ਰਭੂ ਯਿਸੂ ਮਸੀਹ ਨੇ ਜਦੋਂ ਪਸਾਹ ਦਾ ਲਾਸਟ ਭੋਜਨ ਖਾਧਾ, ਪ੍ਰਭੂ ਫਿਰ ਉੱਥੋਂ ਨਿਕਲ ਕੇ ਉਹ ਭਜਨ ਗਾਉਂਦਾ, ਜ਼ਬੂਰ ਗਾਉਂਦਾ ਚਲਾ ਗਿਆ ਗਾਹਾਂ। ਉਹ ਪਹਾੜ ਦੇ ਉੱਤੇ ਗਏ, ਉੱਥੇ ਉਹ ਪ੍ਰਾਰਥਨਾ ਕਰਦਾ ਰਿਹਾ। ਅਤੇ ਸਾਨੂੰ ਵੀ ਪਰਮੇਸ਼ਵਰ ਦੇ ਬਚਨ ਤੋਂ ਇੱਕ ਗਾਈਡਲਾਈਨ ਲੈਣੀ ਚਾਹੀਦੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਖੁਦ ਇੱਕ ਸ਼ਬਦ ਹੋ ਕੇ ਸਾਨੂੰ ਇੱਕ ਐਗਜ਼ੈਂਪਲ ਦਿੱਤੀ ਆ ਮਨੁੱਖਾਂ ਨੂੰ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਚਾਹੀਦਾ। ਕੁੱਲ ਮਿਲਾ ਕੇ ਇਹੀ ਕਿ ਜੇ ਅਸੀਂ ਇਹ ਸੋਚੀਏ ਕਿ ਅਸੀਂ ਤਾਂ ਚਮਤਕਾਰ ਕਰਨੇ ਆ, ਅਸੀਂ ਤਾਂ ਦੁਸ਼ਟ ਆਤਮਾਵਾਂ ਕੱਢਣੀਆਂ ਆ, ਅਸੀਂ ਤਾਂ ਪਤਾ ਨਹੀਂ ਕੀ ਕਰਨਾ, ਜਿਸ ਤਰ੍ਹਾਂ ਪਾਸਟਰ ਹੱਥ ਰੱਖਦੇ ਆ ਲੋਕ ਡਿੱਗ ਪੈਂਦੇ ਜਾਂ ਬਹੁਤ ਸਾਰੀਆਂ ਚੀਜ਼ਾਂ, ਤੇ ਪ੍ਰਭੂ ਇਹ ਚਾਹੁੰਦਾ ਆ ਤਾਂ ਪ੍ਰਭੂ ਸਾਨੂੰ ਜ਼ਰੂਰ ਦੇਵੇਗਾ। ਪਰ ਇਸ ਤੋਂ ਇਲਾਵਾ ਪ੍ਰਭੂ ਨੇ ਬਾਈਬਲ ਦੇ ਵਿੱਚ ਸਾਨੂੰ ਇੱਕ ਸਿਰਫ ਇੱਕ ਕਰੈਕਟਰ ਦੱਸਿਆ ਕਿ ਕਿਸ ਤਰ੍ਹਾਂ ਇੱਕ ਆਮ ਆਦਮੀ ਨੂੰ ਜੀਣਾ ਚਾਹੀਦਾ। ਤੇ ਜਦੋਂ ਅਸੀਂ ਉਸ ਤੋਂ ਵੀ ਵਧੀਆ ਚੱਲਦੇ ਹਾਂ, ਪ੍ਰਭੂ ਸਾਨੂੰ ਕਹਿੰਦਾ ਕਿ ਮੈਂ ਪ੍ਰਭੂਆਂ ਦਾ ਪ੍ਰਭੂ ਆ, ਤੁਹਾਨੂੰ ਵੀ ਪ੍ਰਭੂ ਤਾਂ ਦਊਂਗਾ। ਕਿ ਲੋਕ ਕਹਿੰਦੇ ਨਾ ਕਿ ਯਾਰ ਤੂੰ ਤਾਂ ਇੱਕ ਰੱਬ ਰੂਪ ਬੰਦਾ ਆ। ਜਦੋਂ ਅਸੀਂ ਦਇਆਵਾਨ ਹੋਵਾਂਗੇ ਨਾ, ਪ੍ਰਭਾਵ ਸਾਡਾ ਉਹਨਾਂ 'ਤੇ ਪਊਗਾ। ਅਤੇ ਪਰਮੇਸ਼ਵਰ ਦਾ ਬਚਨ ਸਾਨੂੰ ਇੱਕ ਵਧੀਆ ਕਰੈਕਟਰ 'ਚ ਰਹਿਣਾ ਜੀਣਾ ਸਿਖਾਉਂਦਾ ਹੈ। ਸਾਨੂੰ ਚਾਹੀਦਾ ਕਿ ਪਾਪ ਰਹਿਤ ਜੀਵਨ ਬਤੀਤ ਕਰੀਏ, ਪ੍ਰਭੂ ਦੇ ਬਚਨ ਦੇ ਨਾਲ ਜੁੜੇ ਰਹੀਏ, ਮੂਰਤੀ ਪੂਜਾ ਪਾਪ ਤੋਂ ਅਸੀਂ ਦੂਰ ਰਹੀਏ। ਕਿਤੇ ਨਾ ਕਿਤੇ ਸਾਡੇ ਵਿੱਚ ਇਹ ਚੀਜ਼ਾਂ ਹਜੇ ਵੀ ਹੈਗੀਆਂ ਆ। ਆਪਣੇ ਪਿੰਡਾਂ ਦੇ ਵਿੱਚ ਆਪਣੇ ਭੈਣ ਭਾਈਆਂ ਨੂੰ ਜ਼ਰੂਰ ਇਸ ਬਚਨ ਦੀ ਨੌਲੇਜ ਦੇਵੋ ਕਿ ਜੋ ਜ਼ਰੂਰੀ ਹੈ। ਸੋ ਸਾਰਿਆਂ ਨੂੰ ਜੈ ਮਸੀਹ ਦੀ, ਪ੍ਰੇਜ਼ ਦਾ ਲਾਰਡ।